Hello friends, today we are going to discuss our first chapter of workshop technology, welding. Now, what is welding? The process of joining two similar or dissimilar metals by fusion with or without application of pressure and with or without the use of filler material. ਵੈਲਡਿੰਗ ਇੱਕ ਅਜਿਹਾ ਪ੍ਰੋਸੈਸ ਹੈ ਜਿਹਦੇ ਵਿੱਚ ਅਸੀਂ ਦੋ ਇੱਕੋ ਜਿਹੇ ਮਟੀਰੀਅਲ ਜਾਂ ਦੋ ਅਲੱਗ-ਅਲੱਗ ਮਟੀਰੀਅਲ ਉਹਨਾਂ ਨੂੰ ਹੀਟ ਕਰਕੇ ਅਤੇ ਫਿਊਜ਼ ਕਰਕੇ ਉਸ ਤੋਂ ਬਾਅਦ ਠੰਡਾ ਕੀਤਾ ਜਾਂਦਾ ਹੈ ਅਤੇ ਆਫਟਰ ਸੋਲਿਡਿਫਿਕੇਸ਼ਨ ਜਿਹੜਾ ਸਾਨੂੰ ਜੁਆਇੰਟ ਮਿਲਦਾ ਹੈ ਦੈਟ ਇਜ਼ ਨੋਨ ਐਜ਼ ਦਾ ਵੈਲਡਿੰਗ ਜੁਆਇੰਟ। ਫਿਊਜ਼ਨ ਆਫ ਮੈਟਲ ਟੇਕ ਪਲੇਸ ਬਾਈ ਮੀਨਸ ਆਫ ਹੀਟ। ਜਿਹੜੀ ਫਿਊਜ਼ਨ ਹੁੰਦੀ ਹੈ ਜਾਂ ਮੈਲਟਿੰਗ ਹੁੰਦੀ ਹੈ ਉਹ ਵੈਲਡਿੰਗ ਮਟੀਰੀਅਲਸ ਦੀ ਹੀਟ ਦੇ ਨਾਲ ਕੀਤੀ ਜਾਂਦੀ ਹੈ, ਉਹਨਾਂ ਨੂੰ ਗਰਮ ਕਰਕੇ ਕੀਤੀ ਜਾਂਦੀ ਹੈ। ਜਿਹੜੀ ਹੀਟ ਪ੍ਰੋਡਿਊਸ ਕੀਤੀ ਜਾਂਦੀ ਹੈ ਉਹ ਡਿਫਰੈਂਟ ਕਾਈਂਡਸ ਆਫ ਦਾ ਵਰਕਿੰਗ ਪ੍ਰਿੰਸੀਪਲਸ ਦੇ ਨਾਲ ਅਸੀਂ ਪ੍ਰੋਡਿਊਸ ਕਰ ਸਕਦੇ ਹਾਂ, ਜਿਵੇਂ ਕਿ ਇਲੈਕਟ੍ਰਿਕ ਕਰੰਟ ਦੇ ਨਾਲ ਜਾਂ ਇਲੈਕਟ੍ਰਿਕ ਕਰੰਟ ਦੇ ਵਿੱਚ ਰੁਕਾਵਟ ਦੈਟ ਇਜ਼ ਨੋਨ ਐਜ਼ ਦਾ ਰੈਸਿਸਟੈਂਸ ਔਰ ਡਿਫਰੈਂਟ ਟਾਈਪਸ ਆਫ ਦੇ ਕੈਮੀਕਲਸ ਨੂੰ ਆਪਸ ਦੇ ਵਿੱਚ ਅਸੀਂ ਰਿਐਕਸ਼ਨ ਕਰਵਾ ਕੇ ਜਦੋਂ ਹੀਟ ਪ੍ਰੋਡਿਊਸ ਕਰਦੇ ਹਾਂ ਉਹ ਹੀਟ ਅੱਗੇ ਵੈਲਡਿੰਗ ਜਿਹੜੇ ਮਟੀਰੀਅਲ ਨੇ ਉਹਨਾਂ ਨੂੰ ਮੈਲਟ ਕਰਨ ਦੇ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਜਦੋਂ ਦੋ ਮਟੀਰੀਅਲ ਆਪਸ ਦੇ ਵਿੱਚ ਹੀਟ ਹੋ ਜਾਂਦੇ ਨੇ ਤਾਂ ਉੱਥੇ ਮੈਲਟ ਹੋ ਜਾਂਦੇ ਨੇ ਅਤੇ ਮੈਲਟ ਹੋਣ ਤੋਂ ਬਾਅਦ ਜਦੋਂ ਉਹਨਾਂ ਦੀ ਸੋਲਿਡਿਫਿਕੇਸ਼ਨ ਹੁੰਦੀ ਹੈ ਆਫਟਰ ਸੋਲਿਡਿਫਿਕੇਸ਼ਨ ਵੀ ਵਿਲ ਗੈਟ ਅ ਪਰਮਾਨੈਂਟ ਜੁਆਇੰਟ ਦੈਟ ਇਜ਼ ਨੋਨ ਐਜ਼ ਦਾ ਵੈਲਡਿੰਗ ਜੁਆਇੰਟ। ਨੈਕਸਟ ਇਜ਼ ਇੰਪੋਰਟੈਂਟ ਟਰਮਸ ਰਿਲੇਟਡ ਟੂ ਦਾ ਵੈਲਡਿੰਗ। ਵੈਲਡਿੰਗ ਦੇ ਵਿੱਚ ਕੁਛ ਮਹੱਤਵਪੂਰਨ ਜਿਹੜੀਆਂ ਆਪਣੇ ਕੋਲ ਟਰਮਸ ਨੇ ਉਹ ਇਹ ਹੁੰਦੀਆਂ ਨੇ, ਜਿਵੇਂ ਕਿ ਬੇਸ ਮੈਟਲ। ਬੇਸ ਮੈਟਲ ਇਜ਼ ਦਾ ਮੈਟਲ ਟੂ ਬੀ ਜੁਆਇੰਟ ਔਰ ਕੱਟ। ਜਿਹੜਾ ਵੀ ਮਟੀਰੀਅਲ ਅਸੀਂ ਕੱਟ ਰਹੇ ਹਾਂ ਜਾਂ ਜਿਹਨੂੰ ਅਸੀਂ ਜੁਆਇਨ ਕਰਨਾ ਹੈ ਉਹਨੂੰ ਅਸੀਂ ਬੇਸ ਮੈਟਲ ਕਹਿੰਦੇ ਹਾਂ। ਨੈਕਸਟ ਇਜ਼ ਦਾ ਵੈਲਡ ਬੀਡ। ਵੈਲਡ ਬੀਡ ਇਜ਼ ਦਾ ਮੈਟਲ ਐਡਡ ਡਿਊਰਿੰਗ ਦਾ ਵੈਲਡਿੰਗ। ਜਦੋਂ ਵੀ ਅਸੀਂ ਵੈਲਡਿੰਗ ਕਰਦੇ ਹਾਂ ਅਸੀਂ ਕੁਛ ਮਟੀਰੀਅਲ ਐਕਸਟਰਾ ਐਡ ਕਰਦੇ ਹਾਂ ਬਾਹਰ ਤੋਂ, ਜਾਂ ਅਸੀਂ ਜਿਹੜਾ ਮਟੀਰੀਅਲ ਮੈਲਟ ਕਰਦੇ ਹਾਂ ਉਹ ਮਟੀਰੀਅਲ ਦੀ ਇੱਕ ਲੇਅਰ ਹੈ ਜਿਹੜੀ ਵੈਲਡਿੰਗ ਮਟੀਰੀਅਲ ਦੇ ਉੱਪਰ ਡਿਪੋਜ਼ਿਟ ਹੋ ਜਾਂਦੀ ਹੈ, ਉਸ ਮਟੀਰੀਅਲ ਨੂੰ ਅਸੀਂ ਵੈਲਡ ਬੀਡ ਕਹਿੰਦੇ ਹਾਂ। ਥਰਡ ਵਨ ਇਜ਼ ਦਾ ਪਡਲ। ਜਿਹੜਾ ਵੀ ਪੋਰਸ਼ਨ ਵੈਲਡਿੰਗ ਮਟੀਰੀਅਲ ਦਾ ਹੀਟ ਦੇ ਨਾਲ ਮੈਲਟ ਕਰ ਦਿੱਤਾ ਜਾਂਦਾ ਹੈ ਤਾਂ ਉਹ ਮੈਲਟਡ ਪੋਰਸ਼ਨ ਹੈ ਜਿਹੜਾ ਦੈਟ ਇਜ਼ ਨੋਨ ਐਜ਼ ਦਾ ਪਡਲ। ਫੋਰਥ ਵਨ ਇਜ਼ ਦਾ ਹੋਮੋਜੇਨਸ ਵੈਲਡਿੰਗ। Homogeneous welding is the process in which we weld similar materials, means to say that ਇੱਕੋ ਜਿਹੇ ਮਟੀਰੀਅਲ ਇੱਕ ਦੂਜੇ ਨਾਲ ਜੁਆਇਨ ਕਰਨੇ ਹੋਣ ਤਾਂ ਉਹਨੂੰ ਅਸੀਂ ਕਹਿ ਦਿੰਦੇ ਹਾਂ ਹੋਮੋਜੇਨਸ ਵੈਲਡਿੰਗ। ਐਂਡ ਨੈਕਸਟ ਇਜ਼ ਦਾ ਹੈਟਰੋਜੇਨਸ ਵੈਲਡਿੰਗ। ਹੈਟਰੋਜੇਨਸ ਵੈਲਡਿੰਗ ਦੇ ਵਿੱਚ ਅਸੀਂ ਕੀ ਕਰਦੇ ਹਾਂ, ਦੋ ਅਲੱਗ-ਅਲੱਗ ਮਟੀਰੀਅਲ ਜਾਂ ਡਿਫਰੈਂਟ ਕਾਈਂਡਸ ਆਫ ਦੇ ਮਟੀਰੀਅਲਸ ਨੇ ਜਿਹੜੇ ਉਹ ਇੱਕ ਦੂਜੇ ਨਾਲ ਅਸੀਂ ਜੁਆਇਨ ਕਰਦੇ ਹਾਂ। ਇਹਨਾਂ ਦੋਨਾਂ ਤਰ੍ਹਾਂ ਦੇ ਵੈਲਡਿੰਗ ਦੇ ਵਿੱਚ ਇੱਕ ਫਿਲਰ ਮਟੀਰੀਅਲ ਹੁੰਦਾ ਹੈ ਜਿਹੜਾ ਅਸੀਂ ਬਾਹਰ ਦੇ ਐਕਸਟਰਾ ਮਟੀਰੀਅਲ ਫਿਲ ਕਰਨਾ ਹੁੰਦਾ, ਜਾਂ ਤਾਂ ਅਸੀਂ ਉਹ ਐਡ ਕਰ ਸਕਦੇ ਹਾਂ ਜਾਂ ਉਹ ਨਹੀਂ ਕਰ ਸਕਦੇ। ਠੀਕ ਹੈ, ਜੇ ਜਿਹੜਾ ਫਿਲਰ ਮਟੀਰੀਅਲ ਹੈ ਉਹਦਾ ਮਟੀਰੀਅਲ ਜਿਹੜਾ ਹੁੰਦਾ ਹੈ ਉਹ ਸੇਮ ਹੋਣਾ ਚਾਹੀਦਾ ਐਜ਼ ਆਫ ਦਾ ਬੇਸ ਮੈਟਲ। ਨੈਕਸਟ ਇਜ਼ ਦਾ ਇੰਡਸਟਰੀਅਲ ਐਪਲੀਕੇਸ਼ਨਸ ਆਫ ਦਾ ਵੈਲਡਿੰਗ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਵੈਲਡਿੰਗ ਦੀਆਂ ਬਹੁਤ ਸੀ ਜ਼ਿਆਦਾ ਐਪਲੀਕੇਸ਼ਨਸ ਨੇ ਇੰਡਸਟਰੀਜ਼ ਦੇ ਵਿੱਚ। ਲਗਭਗ ਹਰੇਕ ਇੰਡਸਟਰੀ ਦੇ ਵਿੱਚ ਡਿਫਰੈਂਟ ਕਾਈਂਡਸ ਆਫ ਦੇ ਜਿਹੜੀਆਂ ਆਪਣੀਆਂ ਵੈਲਡਿੰਗਸ ਨੇ ਉਹ ਯੂਜ਼ ਕੀਤੀਆਂ ਜਾਂਦੀਆਂ ਨੇ। ਉਹਨਾਂ ਦੇ ਵਿੱਚੋਂ ਕੁਛ ਐਪਲੀਕੇਸ਼ਨਸ ਨੇ ਜਿਵੇਂ ਕਿ ਆਟੋਮੋਟਿਵ ਇੰਡਸਟਰੀ। ਆਟੋਮੋਟਿਵ ਇੰਡਸਟਰੀ ਦੇ ਵਿੱਚ ਵੀ ਵੈਲਡਿੰਗ ਕਾਫੀ ਤਰ੍ਹਾਂ ਨਾਲ ਯੂਜ਼ ਹੁੰਦੀ ਹੈ। ਜਿਵੇਂ ਕਿ ਹੁਣ ਆਪਾਂ ਦੇਖਦੇ ਹਾਂ ਕਿ ਆਪਣੇ ਕਾਰਾਂ ਨੇ, ਕਾਰ ਜਦੋਂ ਬਣਾਈ ਜਾਂਦੀ ਹੈ ਤਾਂ ਉਹਦਾ ਜਿੰਨਾ ਵੀ ਬੋਡੀ ਸ਼ੋਪ ਦਾ ਕੰਮ ਹੁੰਦਾ ਹੈ ਉਹ ਸਾਰਾ ਹੀ ਤਕਰੀਬਨ ਵੈਲਡਿੰਗ ਦੇ ਨਾਲ ਹੀ ਜੁਆਇਨ ਕੀਤਾ ਜਾਂਦਾ ਹੈ। ਮੋਸਟਲੀ ਜਿਹੜੀ ਉੱਥੇ ਹੈ ਸਪੋਟ ਵੈਲਡਿੰਗ ਯੂਜ਼ ਕੀਤੀ ਜਾਂਦੀ ਹੈ। ਸੈਕਿੰਡ ਵਨ ਇਜ਼ ਦਾ ਰੇਲ ਰੋਡ ਇੰਡਸਟਰੀ। ਨੈਕਸਟ ਇਜ਼ ਦਾ ਪਾਈਪਲਾਈਨ ਇੰਡਸਟਰੀ, ਏਰੋਸਪੇਸ ਇੰਡਸਟਰੀ, ਐਗਰੀਕਲਚਰ ਐਂਡ ਡਿਫੈਂਸ ਇੰਡਸਟਰੀ, ਮੈਡੀਕਲ ਮੈਨੂਫੈਕਚਰਿੰਗ ਐਪਲੀਕੇਸ਼ਨਸ, storage tanks, shipbuilding. These are the some of the applications in which we use welding process extensively. Next is the advantages and disadvantages of the welding processes. ਵੈਲਡਿੰਗ ਦੀਆਂ ਕੁਛ ਲਾਭ ਅਤੇ ਹਾਨੀਆਂ। ਐਡਵਾਂਟੇਜਸ ਆਫ ਦਾ ਵੈਲਡਿੰਗ ਆ ਜਿਵੇਂ ਕਿ ਲੋ ਮੇਨਟੇਨੈਂਸ ਕੋਸਟ। ਮੇਨਟੇਨੈਂਸ ਕੋਸਟ ਜਿਹੜੀ ਹੈ ਉਹ ਲੋ ਹੈ। ਸੈਕਿੰਡ ਵਨ ਇਜ਼ ਦਾ ਰਿਪੇਅਰ ਬਾਏ ਵੈਲਡਿੰਗ ਇਜ਼ ਈਜ਼ੀ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਵੈਲਡਿੰਗ ਦੇ ਨਾਲ ਕੁਛ ਟੁੱਟੇ ਹੋਏ ਪਾਰਟਸ ਜਾਂ ਕੋਈ ਰਿਪੇਅਰ ਕਰਨੀ ਹੋਵੇ ਜਾਂ ਕਿਸੇ ਆਪਾਂ ਦੋ ਪਾਰਟਸ ਨੂੰ ਜੋੜਨਾ ਹੋਵੇ ਉਹ ਆਪਾਂ ਈਜ਼ੀਲੀ ਕਰ ਲੈਂਦੇ ਹਾਂ।
Third one is the joints are strong. The joints which are made by the welding are permanent joints ਐਂਡ ਉਹਨਾਂ ਜੁਆਇੰਟਾਂ ਦੀ ਜਿਹੜੀ ਸਟਰੈਂਥ ਹੁੰਦੀ ਹੈ ਉਹ ਕਾਫੀ ਜ਼ਿਆਦਾ ਹੁੰਦੀ ਹੈ। ਉਹ ਜੁਆਇੰਟ ਜਲਦੀ ਜਿਹੜੇ ਆ ਉਹ ਬ੍ਰੇਕ ਨਹੀਂ ਹੁੰਦੇ ਅਤੇ ਨਾ ਹੀ ਜਲਦੀ ਉਹਨਾਂ ਦੇ ਵਿੱਚ ਕਿਸੇ ਟਾਈਪ ਦੀ ਲੀਕੇਜ ਹੁੰਦੀ ਹੈ। ਨੈਕਸਟ ਵਨ ਇਜ਼ ਦਾ ਲਾਰਜ ਨੰਬਰ ਆਫ ਮੈਟਲਸ ਐਂਡ ਅਲੋਇਜ਼ ਕੈਨ ਬੀ ਜੁਆਇੰਡ। ਇਹਦਾ ਮਤਲਬ ਇਹ ਹੈ ਕਿ ਅਸੀਂ ਬਹੁਤ ਸਾਰੇ ਟਾਈਪ ਦੇ ਤਕਰੀਬਨ ਸਾਰੇ ਹੀ ਟਾਈਪ ਦੇ ਮਟੀਰੀਅਲਸ ਨੂੰ ਅਸੀਂ ਵੈਲਡਿੰਗ ਕਰ ਸਕਦੇ ਹਾਂ। ਜਿਵੇਂ ਕਿ ਡਿਫਰੈਂਟ ਕਾਈਂਡ ਦੇ ਆਪਣੇ ਕੋਲ ਵੈਲਡਿੰਗ ਪ੍ਰੋਸੈਸ ਨੇ। ਲੇਜ਼ਰ ਵੈਲਡਿੰਗ ਹੈ, ਅਲਟਰਾਸੋਨਿਕ ਵੈਲਡਿੰਗ ਹੈ, ਪਲਾਜ਼ਮਾ ਆਰਕ ਵੈਲਡਿੰਗ ਹੈ। ਸਾਰੀਆਂ ਮਾਡਰਨ ਟੈਕਨੀਕਸ ਵੈਲਡਿੰਗ ਦੇ ਨਾਲ ਅਸੀਂ ਈਵਨ ਕਿ ਗਲਾਸ ਨੂੰ ਵੀ ਵੈਲਡ ਕਰ ਸਕਦੇ ਹਾਂ। ਗਲਾਸ ਦੇ ਵਿੱਚ ਕੋਈ ਗਲਾਸ ਦੇ ਵਿੱਚ ਕੋਈ ਮਟੀਰੀਅਲ ਪਿਆ, ਅਸੀਂ ਉਹਨੂੰ ਲੇਜ਼ਰ ਵੈਲਡਿੰਗ ਦੇ ਨਾਲ ਜਾਂ ਅਲਟਰਾਸੋਨਿਕ ਵੈਲਡਿੰਗ ਦੇ ਨਾਲ ਅਸੀਂ ਉਹਨਾਂ ਨੂੰ ਵੈਲਡ ਕਰ ਸਕਦੇ ਹਾਂ। ਐਨੀ ਕੰਪਲੀਕੇਟਡ ਸਟਰਕਚਰ ਕੈਨ ਬੀ ਵੈਲਡਿਡ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਟਰਕਚਰ ਹੋਵੇ, ਉਹਦੀ ਕੰਪਲੀਕੇਸ਼ਨਸ ਜਿੰਨੀਆਂ ਮਰਜ਼ੀ ਹੋਣ, ਅਸੀਂ ਉਹਨੂੰ ਕਿਸੇ ਨਾ ਕਿਸੇ ਵੀ ਵੈਲਡਿੰਗ ਦੇ ਤਰੀਕੇ ਨਾਲ ਵੈਲਡ ਕਰ ਸਕਦੇ ਹਾਂ। ਡਿਫਰੈਂਟ ਵੈਲਡਿੰਗ ਟੈਕਨੀਕਸ ਹੁੰਦੀਆਂ ਆਪਣੇ ਕੋਲ, ਉਹਦੇ ਨਾਲ ਅਸੀਂ ਯੂਜ਼ ਕਰਕੇ ਕਿਸੇ ਵੀ ਤਰ੍ਹਾਂ ਦੇ ਸਟਰਕਚਰ ਨੂੰ ਵੈਲਡ ਕਰ ਸਕਦੇ ਹਾਂ। ਨਾਓ ਡਿਸਐਡਵਾਂਟੇਜਸ ਆਫ ਦਾ ਵੈਲਡਿੰਗ ਪ੍ਰੋਸੈਸਿੰਗ। ਜਿਹੜੇ ਲਾਭ ਅਤੇ ਹਾਨੀਆਂ ਕਾਫੀ ਹੁੰਦੀਆਂ ਨੇ। ਜਿਹੜੀ ਵੀ ਚੀਜ਼ ਦੀ ਲਾਭ ਹੁੰਦੀਆਂ ਨੇ ਉਹਦੀ ਹਾਨੀਆਂ ਵੀ ਹੁੰਦੀਆਂ ਨੇ। ਐਜ਼ ਡਿਸਐਡਵਾਂਟੇਜਸ ਆਫ ਦਾ ਵੈਲਡਿੰਗ ਪ੍ਰੋਸੈਸਿਸ ਆਰ ਜੁਆਇੰਟਸ ਹੈਵ ਪੂਅਰ ਫਟੀਗ ਰੈਸਿਸਟੈਂਸ ਡਿਊ ਟੂ ਰੈਸੀਡੂਅਲ ਸਟ੍ਰੈਸਿਸ। ਹੁਣ ਜਦੋਂ ਵੀ ਅਸੀਂ ਮਟੀਰੀਅਲ ਨੂੰ ਹੀਟ ਕਰਦੇ ਹਾਂ ਤਾਂ ਉਹਦੇ ਅੰਦਰ ਕਾਫੀ ਤਰ੍ਹਾਂ ਦੀਆਂ ਸਟ੍ਰੈਸਿਸ ਪ੍ਰੋਡਿਊਸ ਹੁੰਦੀਆਂ ਨੇ, ਲਾਈਕ ਥਰਮਲ ਸਟ੍ਰੈਸਿਸ। ਉਹ ਥਰਮਲ ਸਟ੍ਰੈਸਿਸ ਦੇ ਨਾਲ ਜਿਹੜੇ ਜੁਆਇੰਟ ਦੀ ਹੈ ਉਹ ਫਟੀਗ ਰੈਸਿਸਟੈਂਸ ਘੱਟ ਹੋ ਜਾਂਦਾ। ਨੈਕਸਟ ਵਨ ਇਜ਼ ਦਾ ਸਕਿਲਡ ਵਰਕਰ ਇਜ਼ ਰਿਕੁਆਇਰਡ। ਵੈਲਡਿੰਗ ਵਾਸਤੇ ਆਪਾਂ ਨੂੰ ਜਿਹੜਾ ਵਰਕਰ ਹੈ ਉਹ ਥੋੜ੍ਹਾ ਸਕਿਲਡ ਰਿਕੁਆਇਰਡ ਚਾਹੀਦਾ ਹੁੰਦਾ, ਕਿਉਂਕਿ ਇਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਪ੍ਰੀਕੋਸ਼ਨਸ ਵੀ ਲੈਣੀਆਂ ਪੈਂਦੀਆਂ ਅਤੇ ਪ੍ਰੋਸੈਸ ਨੂੰ ਕਰਨ ਦੀ ਸਾਨੂੰ ਸਕਿੱਲ ਵੀ ਚਾਹੀਦੀ ਹੈ। ਮੋਰ ਸੇਫਟੀ ਡਿਵਾਈਸਿਸ ਆਰ ਰਿਕੁਆਇਰਡ। ਕਾਫੀ ਸਾਰੇ ਸੇਫਟੀ ਡਿਵਾਈਸਿਸ ਲਾਈਕ ਗਲੋਵਸ ਹੋ ਗਿਆ, ਆਪਣੇ ਕੋਲ ਆਈ ਸ਼ੀਲਡ ਹੋ ਗਈ, ਇਹ ਸਾਰੀਆਂ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਨੇ ਸੋ ਦੈਟ ਵੀ ਕੈਨ ਪ੍ਰੋਸੀਡ ਵਿਦ ਦਾ ਸੇਫਟੀ ਮੈਜਰਸ। ਨੈਕਸਟ ਵਨ ਇਜ਼ ਦਾ ਹੀਟ ਪ੍ਰੋਡਿਊਸਿਸ ਮੈਟਲਰਜੀਕਲ ਚੇਂਜਿਸ। ਜਦੋਂ ਵੀ ਹੀਟ ਪ੍ਰੋਡਿਊਸ ਹੁੰਦੀ ਹੈ, ਮਟੀਰੀਅਲ ਮੈਲਟ ਹੁੰਦਾ ਹੈ ਤਾਂ ਉਹਦਾ ਇੰਟਰਨਲ ਸਟਰਕਚਰ ਜਿਹੜਾ ਹੁੰਦਾ ਹੈ, ਮਾਈਕਰੋ ਸਟਰਕਚਰ ਹੁੰਦਾ ਉਹ ਸਾਰਾ ਚੇਂਜ ਹੋ ਜਾਂਦਾ ਹੈ। ਉਸ ਚੇਂਜ ਹੋਣ ਦੇ ਨਾਲ ਉਹਦੀਆਂ ਮਕੈਨੀਕਲ, ਕੈਮੀਕਲ, ਇਲੈਕਟ੍ਰੀਕਲ ਆਲ ਪ੍ਰੋਪਰਟੀਜ਼ ਡਿਫਰ ਹੋ ਜਾਂਦੀਆਂ ਨੇ, ਤਾਂ ਉਹਦੇ ਨਾਲ ਅੰਦਰ ਮੈਟਲਰਜੀਕਲ ਚੇਂਜਿਸ ਆ ਜਾਂਦੇ ਨੇ, ਜਿਹੜੀ ਕਿ ਇੱਕ ਡਿਸਐਡਵਾਂਟੇਜ ਹੈ ਵੈਲਡਿੰਗ ਪ੍ਰੋਸੈਸ ਦੀ। ਨੈਕਸਟ ਇਜ਼ ਦਾ ਡਿਫਰੈਂਟ ਟਾਈਪਸ ਆਫ ਦਾ ਜਿਗਸ ਐਂਡ ਫਿਕਸਚਰ। ਸਾਨੂੰ ਕਈ ਵਾਰੀ ਰਿਕੁਆਇਰਡ ਹੁੰਦੇ ਨੇ ਟੂ ਵੈਲਡ ਔਰ ਹੋਲਡ ਡਿਫਰੈਂਟ ਟਾਈਪਸ ਆਫ ਦਾ ਵਰਕ ਪੀਸਿਸ, ਤਾਂ ਇਹ ਵੀ ਇੱਕ ਡਿਸਐਡਵਾਂਟੇਜ ਹੋ ਜਾਂਦੀ ਹੈ। ਨੈਕਸਟ ਇਜ਼ ਦਾ ਪ੍ਰੋਡਿਊਸਿਸ ਹਾਰਮਫੁਲ ਰੇਡੀਏਸ਼ਨਸ, ਫਿਊਮਸ ਐਂਡ ਸਪੈਟਰਸ। ਵੈਲਡਿੰਗ ਜਦੋਂ ਆਪਾਂ ਕਰਦੇ ਹਾਂ ਹੀਟ ਪ੍ਰੋਡਿਊਸ ਹੁੰਦੀ ਹੈ, ਹੀਟ ਦੇ ਨਾਲ ਫਿਊਮਸ ਪ੍ਰੋਡਿਊਸ ਹੁੰਦੀਆਂ ਨੇ ਔਰ ਸਮਟਾਈਮ ਹਾਰਮਫੁਲ ਰੇਡੀਏਸ਼ਨਸ ਪ੍ਰੋਡਿਊਸ ਹੁੰਦੀਆਂ ਨੇ, ਜਿਹੜੀਆਂ ਕਿ ਆਸੇ ਪਾਸੇ ਦੇ ਐਟਮੋਸਫੇਅਰ ਐਜ਼ ਵੈਲ ਐਜ਼ ਦਾ ਵਰਕਰ ਆਫ ਦਾ ਵੈਲਡਰ, ਜਿਹੜਾ ਵੈਲਡਰ ਹੁੰਦਾ ਉਹਦੇ ਵਾਸਤੇ ਵੀ ਇਹ ਹਾਨੀਕਾਰਕ ਹੁੰਦੀਆਂ ਨੇ। ਹੁਣ ਜਿਵੇਂ ਕਿ ਅਸੀਂ ਅਗਲੀ ਸਲਾਈਡ ਦੇ ਵਿੱਚ ਦੇਖ ਸਕਦੇ ਹਾਂ, ਨਾਓ ਕਲਾਸੀਫਿਕੇਸ਼ਨ ਆਫ ਦਾ ਵੈਲਡਿੰਗ ਔਰ ਵੀ ਕੈਨ ਸੇ ਦੈਟ ਡਿਫਰੈਂਟ ਟਾਈਪਸ ਆਫ ਦਾ ਵੈਲਡਿੰਗ ਪ੍ਰੋਸੈਸਿਸ। ਜਿਹੜੇ ਵੈਲਡਿੰਗ ਪ੍ਰੋਸੈਸ ਨੇ ਇਹ ਡਿਫਰੈਂਟ ਟਾਈਪ ਦੇ ਵਿੱਚ ਆਪਾਂ ਡਿਵਾਈਡ ਕੀਤੇ ਹੋਏ ਨੇ ਅਕੋਰਡਿੰਗ ਟੂ ਦੀਅਰ ਪ੍ਰਿੰਸੀਪਲਸ ਔਰ ਅਕੋਰਡਿੰਗ ਟੂ ਦਾ ਜਨਰੇਸ਼ਨ ਆਫ ਦਾ ਹੀਟ ਵਿਚ ਇਜ਼ ਯੂਜ਼ ਟੂ ਮੈਲਟ ਦਾ ਵਰਕ ਪੀਸ। First one is the gas welding. Gas welding is the process in which we use combination of the two gases and that combination is burned at the end of the torch tip that produces the heat and melted the workpiece. After the melting solidification we will get a permanent joint. The types of the gas weldings are oxyacetylene, ਏਅਰ ਐਸੀਟਿਲਿਨ ਐਂਡ ਆਕਸੀਹਾਈਡਰੋਜਨ। ਇਹਨਾਂ ਤਿੰਨਾਂ ਦੇ ਵਿੱਚੋਂ ਅਸੀਂ ਕਿਸੇ ਵੀ ਤਰ੍ਹਾਂ ਦਾ ਗੈਸਾਂ ਦਾ ਕੋਂਬੀਨੇਸ਼ਨ ਯੂਜ਼ ਕਰਕੇ ਉਹਨੂੰ ਆਪਾਂ ਅੱਗੇ ਇਗਨਾਈਟ ਕਰ ਸਕਦੇ ਹਾਂ। ਇਗਨਾਈਟ ਕਰਨ ਤੋਂ ਬਾਅਦ ਫਲੇਮ ਪ੍ਰੋਡਿਊਸ ਕਰ ਸਕਦੇ ਹਾਂ। The next one is the resistance welding. In this type of the welding we use the heat produced which is produced by the resistance to the electric current. ਜਦੋਂ ਵੀ ਅਸੀਂ ਇਲੈਕਟ੍ਰਿਕ ਕਰੰਟ ਨੂੰ ਫਲੋ ਕਰਨ ਤੋਂ ਰਸਿਸਟ ਕਰਾਂਗੇ ਤਾਂ ਉੱਥੇ ਆਪਣਾ ਹੀਟ ਪ੍ਰੋਡਿਊਸ ਹੁੰਦੀ ਹੈ। That heat is used to melt the workpiece. Now the different types of the resistance weldings are butt, spot, seam, projections and another one is percussion welding. Next is the arc welding. In this type of the welding the heat is produced with the electric arc. ठीक है। Next type of the electric arc weldings are carbon arc, metal arc, plasma arc,
gas metal arc welding, that is known as the MIG welding. Then gas tungsten arc welding, that is also known as the TIG welding. Next one is the newer welding machines, or we can say that modern welding techniques: electron beam welding, laser beam laser beam welding, plasma arc welding, hydrogen welding, and there are so many types of the modern techniques which are used now these days. Next one is the solid state welding. Solid state welding, that type of the welding in which the workpiece is not melted too much. It all workpiece is only melted up to their plastic state. Now next is type of the solid state weldings are known as the friction welding, ultrasonic welding, diffusion welding, and explosive welding. These are the some types of the welding processes, and we will discuss all these processes in our next chapters. Next are the welding positions. Welding positions means to say that different types of the positions in which we can or welder can make a joint or can perform the welding operation. First one is the flat position. Flat position is that position in which axis of the weld remains horizontal and workpiece in the flat position as shown in the figure A flat position. Second one is the horizontal position. In horizontal position of the welding, the relative location of the two workpieces differs depending upon whether it is groove weld or filler weld. ਇਹਦੇ ਵਿੱਚ ਲੋਕੇਸ਼ਨ ਉਹ ਜਿਹੜੀ ਹੈ ਵੈਲਡਿੰਗ ਦੀ ਉਹ ਵਰਕਪੀਸ ਦੇ ਨਾਲ ਵੈਲਡਿੰਗ ਟਾਰਚ ਦੀ ਡਿਫਰ ਹੁੰਦੀ ਹੈ ਲਾਈਕ ਕਿਸ ਤਰ੍ਹਾਂ ਦਾ ਆਪਾਂ ਵੈਲਡਿੰਗ ਜੁਆਇੰਟ ਜਿਹੜਾ ਉਹ ਪ੍ਰੋਡਿਊਸ ਕਰ ਰਹੇ ਹਾਂ, ਜਾਂ ਕਿ ਗਰੂਵ ਕਰ ਰਹੇ ਹਾਂ ਜਾਂ ਫਿਲਰ ਵੈਲਡ ਕਰ ਰਹੇ ਹਾਂ। ਦੈਟ ਇਜ਼ ਹੋਰੀਜ਼ੋਨਟਲ ਪੋਜੀਸ਼ਨ। ਇਹਦੇ ਵਿੱਚ ਅਸੀਂ ਦਿਖਾਇਆ ਹੈ ਸੈਕਿੰਡ ਜਿਹੜੀ ਆਪਣੀ ਬੀ ਪਾਰਟ ਹੈ ਹੋਰੀਜ਼ੋਨਟਲ ਦੀ ਫਿਗਰ ਹੈ ਜੀ। ਥਰਡ ਵਨ ਇਜ਼ ਦਾ vertical position. In this, axis of the weld remains vertical and the welding starts from bottom and proceeds upward. That is shown in the figure C, welding vertical up welding. ਇਹਦੇ ਵਿੱਚ ਦਿਖਾਇਆ ਗਿਆ ਹੈ ਕਿ ਜਿਹੜੀ ਵੈਲਡਿੰਗ ਦੀ ਟਾਰਚ ਹੈ ਉਹ ਨੀਚੋਂ ਦੀ ਸਟਾਰਟ ਹੋ ਕੇ ਉੱਪਰ ਵੱਲ ਨੂੰ ਮੂਵ ਕਰ ਰਹੀ ਹੈ। ਉੱਪਰ ਵੱਲ ਨੂੰ ਮੂਵ ਕਿਉਂ ਕਰ ਰਹੀ ਹੈ ਕਿ ਜਿਵੇਂ ਹੀ ਆਪਣਾ ਕੁਝ ਮਟੀਰੀਅਲ ਹੈ ਉਹ ਜਦੋਂ ਆਪਣਾ ਮੈਲਟ ਕਰਦਾ ਹੈ ਤਾਂ ਉਹ ਨੀਚੇ ਨੂੰ ਗ੍ਰੈਵਿਟੀ ਦੇ ਨਾਲ ਫਲੋ ਕਰੇਗਾ, ਤਾਂ ਜਿੱਥੇ ਵੀ ਵਾਈਟਸ ਹੋਣਗੇ ਜਾਂ ਜਿੱਥੇ ਵੀ ਆਪਣੇ ਕਰੈਕਸ ਰਹਿ ਗਏ ਤਾਂ ਉਹ ਉੱਥੇ ਫਿਲ ਹੋ ਜਾਏਗਾ। ਦੈਟ ਇਜ਼ ਨੋਨ ਐਜ਼ ਦਾ ਵਰਟੀਕਲ ਪੋਜੀਸ਼ਨ। ਦ ਨੈਕਸਟ ਵਨ ਇਜ਼ ਦਾ ਓਵਰਹੈਡ ਪੋਜੀਸ਼ਨ। ਐਜ਼ ਦਾ ਨੇਮ ਇੰਪਲਾਈਜ਼ ਵੀ ਕੈਨ ਆਲਸੋ ਨੋ ਦੈਟ ਦਾ ਵੈਲਡਿੰਗ ਜਿਹੜਾ ਪ੍ਰੋਸੈਸ ਹੈ ਉਹ ਆਪਣੇ ਸਿਰ ਤੋਂ ਉੱਪਰ ਕੀਤਾ ਜਾ ਰਿਹਾ। ठीक है, overhead position, it is the most difficult position and requires high degree of skill on the part of the welder. The workpiece as well as axis of the weld all remains in the horizontal plane as shown in the figure D. The next is the welding techniques. There are two welding techniques: leftward or forward, rightward or backward welding techniques as shown in figure. Filler rod in left hand and welding torch in the right hand. In leftward or forward welding position ਅਸੀਂ ਕੀ ਕਰਦੇ ਹਾਂ, ਫਿਲਰ ਰੋਡ ਨੂੰ ਆਪਣੇ ਖੱਬੇ ਹੱਥ ਦੇ ਵਿੱਚ ਫੜਾਂਗੇ ਅਤੇ ਵੈਲਡਿੰਗ ਟੋਰਚ ਨੂੰ ਰਾਈਟ ਹੈਂਡ ਦੇ ਵਿੱਚ ਫੜਾਂਗੇ। ਦ ਡਾਇਰੈਕਸ਼ਨ ਆਫ ਦਾ ਵੈਲਡ ਇਜ਼ ਫਰੋਮ ਰਾਈਟ ਟੂ ਲੈਫਟ। ਅਸੀਂ ਜਿਹੜੀ ਡਾਇਰੈਕਸ਼ਨ ਹੈ ਵੈਲਡਿੰਗ ਦੀ ਰਾਈਟ ਟੂ ਲੈਫਟ ਵੱਲ ਨੂੰ ਚੱਲਾਂਗੇ। ਟੋਰਚ ਐਂਗਲ ਵਿਦ ਦਾ ਮੈਟਲ ਪਲੇਟ ਇਜ਼ 60 to 70 degree and mostly it is used for butt welding of the steel plates up to 6 mm. Next welding technique is rightward or backward technique. In this, the filler rod follows the welding torch, means to say that welding torch ਅੱਗੇ ਅੱਗੇ ਚੱਲੂਗੀ ਤੇ ਫਿਲਰ ਰੋਡ ਹੈ ਜਿਹੜੀ ਉਹਦੇ ਨਾਲ ਪਿੱਛੇ ਦੀ ਮੈਲਟ ਹੋ ਕੇ ਗੈਪ ਨੂੰ ਫਿਲ ਕਰਦੀ ਆਊਗੀ। Next is the welding torch in right hand and filler rod in left hand. ਇਹਦੇ ਵਿੱਚ ਅਸੀਂ ਵੈਲਡਿੰਗ ਟੋਰਚ ਨੂੰ ਰਾਈਟ ਹੈਂਡ ਦੇ ਵਿੱਚ ਫੜਾਂਗੇ ਅਤੇ ਫਿਲਰ ਰੋਡ ਨੂੰ ਲੈਫਟ ਹੈਂਡ ਦੇ ਵਿੱਚ ਫੜਾਂਗੇ ਐਂਡ ਓਪੋਜ਼ਿਟ ਟੂ ਦਾ ਲੈਫਟਵਰਡ ਔਰ ਫਾਰਵਰਡ ਵੈਲਡਿੰਗ ਟੈਕਨੀਕਸ ਤੋਂ। ਨੈਕਸਟ ਇਜ਼ ਦਾ ਡਾਇਰੈਕਸ਼ਨ ਆਫ ਦਾ ਵੈਲਡ ਫਰੋਮ ਲੈਫਟ ਟੂ ਰਾਈਟ। ਇਸ ਦੇ ਵਿੱਚ ਅਸੀਂ ਜਿਹੜੀ ਡਾਇਰੈਕਸ਼ਨ ਆਫ ਦਾ ਵੈਲਡ ਹੈ ਜਾਂ ਉਹ ਡਾਇਰੈਕਸ਼ਨ ਆਫ ਟਰੈਵਲ ਹੈ, ਅਸੀਂ ਖੱਬੇ ਪਾਸੇ ਤੋਂ ਸੱਜੇ ਪਾਸੇ ਨੂੰ ਚੱਲਾਂਗੇ। ਟੋਰਚ ਐਂਗਲ ਵਿਦ ਮੈਟਲ ਪਲੇਟ ਇਜ਼ 40 to 50 degree। ਇਹਦੇ ਵਿੱਚ ਜਿਹੜਾ ਆਪਣਾ ਟੋਰਚ ਹੈ ਉਹਦਾ ਐਂਗਲ ਅਸੀਂ 40 to 50 degree ਰੱਖਾਂਗੇ ਤਾਂ ਜੋ ਜਿਹੜਾ ਮਟੀਰੀਅਲ ਆ ਉਹ ਪ੍ਰੋਪਰ ਡਿਪੋਜ਼ਿਟ ਹੋਵੇ ਅਤੇ
ਪ੍ਰੋਪਰ ਵੈਲਡਿੰਗ ਜਿਹੜਾ ਆਪਣਾ ਪ੍ਰੋਸੈਸ ਆ ਉਹ ਕੰਪਲੀਟ ਹੋ ਸਕੇ।